Hello students, myself Sarita, biology lecturer, Government Girls Senior Secondary School Jatiala. Today we will study video 4th of chapter 11th and it is part 4th. Earlier we have studied ਕਿ ਕਿਸ ਤਰ੍ਹਾਂ ਅਸੀਂ ਬੇਸਿਕ ਸਟੈਪਸ ਹੈ ਜੈਨੇਟਿਕਲੀ ਮੋਡੀਫਾਈਡ ਆਰਗੇਨਿਜ਼ਮਸ ਦੇ ਵਿੱਚ ਰਾਹੀਂ ਅਸੀਂ DNA ਨੂੰ ਇੰਟਰੋਡਿਊਸ ਕਰ ਸਕਦੇ ਹਾਂ ਇਨਟੂ ਦਾ ਹੋਸਟ. Now we will study tools of recombinant DNA technology. ਕਿਹੜੇ tools ਹੈ that are required for DNA technology. So now we know ਕਿ from the foregoing discussion ਜੋ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਉਸ ਤੋਂ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਜੈਨੇਟਿਕ ਇੰਜੀਨੀਅਰਿੰਗ ਜਾਂ ਰੀਕੋਂਬੀਨੈਂਟ DNA ਟੈਕਨੋਲੋਜੀ ਕੈਨ ਬੀ ਅਕੰਪਲਿਸ਼ਡ ਓਨਲੀ ਇਫ ਵੀ ਹੈਵ ਕੀ ਟੂਲਸ. ਅਗਰ ਸਾਡੇ ਕੋਲ ਕੋਈ ਕੀ ਟੂਲਸ ਹੋਣਗੇ ਤਾਂ ਹੀ ਅਸੀਂ ਜੈਨੇਟਿਕ ਇੰਜੀਨੀਅਰਿੰਗ ਰੀਕੋਂਬੀਨੈਂਟ DNA ਟੈਕਨੋਲੋਜੀ ਨੂੰ ਅਕੰਪਲਿਸ਼ ਪੂਰਾ ਕਰ ਸਕਦੇ ਹਾਂ. ਸੋ ਕਿਹੜੇ ਟੂਲਸ ਹੈ ਜਿਹੜੇ ਕਿ ਰਿਕੁਆਇਰਡ ਹੈ. ਵਨ ਇਜ਼ ਰਿਸਟ੍ਰਿਕਸ਼ਨ ਐਨਜ਼ਾਈਮ ਇਜ਼ ਰਿਕੁਆਇਰਡ, ਪੋਲੀਮਰੇਜ਼ ਐਨਜ਼ਾਈਮ ਇਜ਼ ਰਿਕੁਆਇਰਡ, ligases, vectors, host organisms, they are required. So restriction enzyme ਜਿਹੜੀ ਹੈ it is required to cut DNA. और ਜਿਹੜੀ polymerase enzyme ਹੈ that is required for division of plasmid. ਜੋ ਜਿਹੜੀ plasmid ਦੀ division ਹੋਣੀ ਹੈ host ਦੇ ਵਿੱਚ it will help the plasmid to divide. So polymerase enzyme helps in replication of DNA of the plasmid. Then DNA ligase is required for joining the DNA. ਦੋ ਪੀਸ ਹੈ ਜਿਹੜੇ ਵਿੱਚ ਪਲਾਸਮਿਡ ਦੇ ਵਿੱਚ ਅਸੀਂ ਜੀਨ ਆਫ ਇੰਟਰਸਟ ਨੂੰ ਐਡ ਕਰਦੇ ਹਾਂ ਅਤੇ ਉਹਨਾਂ ਨੂੰ ਆਪਸ ਵਿੱਚ ਜੋੜਨ ਲਈ DNA ligase is needed. So vector is required. vector plasmid ਹੀ ਹੈ ਜਿਹੜਾ ਕਿ ਫੋਰਨ DNA ਨੂੰ ਉਹ ਦਾ ਡਿਜ਼ਾਇਰਡ ਜੀਨ ਆਫ ਇੰਟਰਸਟ ਨੂੰ ਹੋਸਟ ਵਿੱਚ ਲਿਜਾਣ ਲਈ ਮਦਦ ਕਰਦਾ ਹੈ. ਐਂਡ ਫਾਈਨਲੀ ਲਾਸਟ ਜਿਹੜਾ ਟੂਲ ਹੈ ਦੈਟ ਇਜ਼ ਦਾ ਹੋਸਟ ਔਰਗੈਨਿਜ਼ਮ ਜਿਹਦੇ ਵਿੱਚ ਇਹ ਪ੍ਰੋਸੈਸ ਆਫ ਬਾਇਓਟੈਕਨੋਲੋਜੀ ਵਿਲ ਅਕਰ ਔਰ ਜਿਹੜੀ ਸਾਡੀ ਡਿਜ਼ਾਇਰਡ ਜੀਨ ਹੈ ਦੈਟ ਵਿਲ ਬੀ ਓਬਟੇਨਡ ਆਫਟਰ ਕਲੋਨਿੰਗ ਆਫ ਦਾ ਹੋਸਟ. ਸੋ ਅਸੀਂ ਇਹਦੇ ਵਿੱਚ ਜਿਹੜੀਆਂ ਟੂਲਸ ਹੈ ਅਸੀਂ ਓਨਲੀ ਫਿਊ ਆਫ ਥੀਸ ਵਿਲ ਬੀ ਡਿਸਕਸਡ ਇਨ ਡਿਟੇਲਸ. ਸੋ ਪਹਿਲੀ ਜਿਹੜਾ ਟੂਲ ਹੈ ਦੈਟ ਇਜ਼ ਦਾ ਰਿਸਟ੍ਰਿਕਸ਼ਨ ਐਨਜ਼ਾਈਮਸ. So restriction enzymes are used to cut the DNA. So in the year 1963 ਇਹਦੀ ਅਸੀਂ ਪਹਿਲਾਂ ਹਿਸਟਰੀ ਪੜ੍ਹਦੇ ਹਾਂ ਕਿ ਇਨ ਈਅਰ 1963 two enzymes ਜਿਹੜੀਆਂ ਰਿਸਪੋਂਸੀਬਲ ਸੀ for restriction the growth of the bacteriophage in the E. coli were isolated. So ਜੇ ਅਸੀਂ E. coli ਦੇਖਦੇ ਹਾਂ ਇਸ E. coli ਦਿਸ ਇਜ਼ ਇਹਦਾ ਆਪਣਾ DNA ਹੈ ਐਕਸਟਰਾ ਕ੍ਰੋਮੋਸੋਮਲ DNA ਪਲਾਸਮਿਡਸ ਔਰ ਜੋ ਬੈਕਟੀਰੀਓਫੇਜਿਸ ਹੈ ਦੇ ਗਰੋ ਔਨ ਦਾ E. coli ਔਰ ਜਿਹੜੇ ਬੈਕਟੀਰੀਓਫੇਜਿਸ ਹੁੰਦੇ ਹੈ ਦੇ ਅਟੈਕ E. coli then they enter they give their DNA ਔਰ ਉਹ DNA ਦਾ ਐਂਟਰ ਕਰ ਜਾਂਦਾ ਹੈ ਇਨ ਦਾ E. coli ਔਰ ਉੱਥੇ ਜਾ ਕੇ ਰੈਪਲੀਕੇਟ ਕਰਦੇ ਹੈ. ਬਟ ਇਨ ਦੀ ਈਅਰ 1963 ਦੇ ਵਿੱਚ ਦੋ ਇੰਜ਼ਾਈਮਸ ਆਈਡੈਂਟੀਫਾਈ ਹੋਈਆਂ ਜਿਹੜੀਆਂ ਕਿ ਬੈਕਟੀਰੀਓਫੇਜਿਸ ਨੂੰ ਮੀਨਸ ਬੈਕਟੀਰੀਆ ਵਾਇਰਸਿਸ ਦੈਟ ਫੀਡਸ ਔਨ ਦਾ ਬੈਕਟੀਰੀਆ ਇਹ ਹੁੰਦੇ ਆ ਬੈਕਟੀਰੀਓਫੇਜਿਸ. ਸੋ ਦੋ ਇਸ ਤਰ੍ਹਾਂ ਦੀਆਂ ਐਨਜ਼ਾਈਮਸ ਆਈਸੋਲੇਟ ਕੀਤੀਆਂ ਗਈਆਂ ਜਿਹੜੀਆਂ ਕਿ ਰਿਸਟ੍ਰਿਕਟ ਕਰਦੀਆਂ ਮੀਨਸ ਕਿ ਗਰੋ ਨਹੀਂ ਕਰਨ ਦਿੰਦੀਆਂ ਬੈਕਟੀਰੀਓਫੇਜਿਸ ਨੂੰ ਇਨ ਦਾ E. coli. ਵਨ ਆਫ ਥੀਸ ਜਿਹੜੀ ਐਨਜ਼ਾਈਮ ਸੀ ਉਹਦੇ ਵਿੱਚ ਇੱਕ ਐਨਜ਼ਾਈਮ ਉਹ ਸੀ ਜਿਹੜੀ ਕਿ ਮਿਥਾਈਲ ਗਰੁੱਪਸ ਟੂ DNA ਐਡ ਕਰ ਦਿੰਦੀ ਸੀ
ਉਹ ਇੱਕ ਤਰ੍ਹਾਂ ਦਾ ਸੈਲਫ ਡਿਫੈਂਸ ਮੈਕੈਨਿਜ਼ਮ ਹੈ ਜਿਹਦੇ ਵਿੱਚ ਕਿ ਮਿਥਾਈਲ ਗਰੁੱਪ DNA ਦੇ ਉੱਪਰ ਐਡ ਕੀਤਾ ਜਾਂਦਾ ਹੈ। ਸੋ ਕਿ ਜਿਹੜਾ DNA ਹੈ ਆਪਣਾ DNA ਇਹ ਬ੍ਰੇਕ ਨਾ ਕਰ ਸਕੇ। ਸੋ ਵਾਈਲ ਦੀ ਅਦਰ ਜਿਹੜਾ ਸੀਗਾ ਦੂਸਰੀ ਐਂਜ਼ਾਈਮ ਜਿਹੜੀ ਫਾਈਂਡ ਆਊਟ ਹੋਈ ਇਹਦੇ ਵਿੱਚ ਦੈਟ ਵਾਸ ਟੂ ਕੱਟ ਦਾ DNA। ਸੋ ਜਿਹੜੀ ਐਂਜ਼ਾਈਮ DNA ਨੂੰ ਕੱਟ ਕਰਦੀ ਸੀ ਫੋਰਨ DNA ਨੂੰ that entered like I am here discussing the bacteriophages ਜਿਹੜੇ ਐਂਟਰ ਇਹਨਾਂ ਦੇ ਕਰਦੇ ਸੀ DNA, ਉਹ ਦੂਸਰੀ ਐਂਜ਼ਾਈਮ ਜਿਹੜੀ ਇਹਨਾਂ ਦੇ ਅੰਦਰ ਐਂਟਰ ਕਰਦੀ ਸੀ ਮੀਨਸ ਕਿ ਐਂਜ਼ਾਈਮ ਜਿਹੜੀ ਕਿ that is known as restriction endonucleases। ਸੋ ਹੇਅਰ ਕਿ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜੀ ਇਹਦੀ ਹਿਸਟਰੀ ਹੈ ਕਿ ਸਭ ਤੋਂ ਪਹਿਲਾਂ ਜਿਹੜੀਆਂ ਐਂਜ਼ਾਈਮਸ ਅਸੀਂ ਆਈਡੈਂਟੀਫਾਈ ਕੀਤੀਆਂ ਸੀ ਦੈਟ ਵਰ ਇਨ ਦਾ ਈਕੋਲਾਈ, ਔਰ ਈਕੋਲਾਈ ਡਿਡ ਨੋਟ ਅਲਾਓ ਬੈਕਟੀਰੀਓਫੇਜਿਸ ਟੂ ਗਰੋ ਇਨਸਾਈਡ ਇਟ, ਰਿਸਟ੍ਰਿਕਟ ਕੀਤਾ ਇਹਨੇ ਦਾ ਗਰੋਥ। ਔਰ ਇਹਦੇ ਵਿੱਚੋਂ ਜਿਹੜੀਆਂ ਐਂਜ਼ਾਈਮਸ ਆਈਸੋਲੇਟ ਕੀਤੀਆਂ ਕਿ ਕਿਹੜੀਆਂ ਇਹ ਰਿਸਟ੍ਰਿਕਟ ਕਰ ਰਹੀਆਂ ਈਕੋਲਾਈ ਨੂੰ ਬੈਕਟੀਰੀਓਫੇਜ ਨੂੰ ਗਰੋ ਕਰਨ ਲਈ। ਇੱਕ ਸੀ ਉਹਦੇ 'ਚ ਮਿਥਾਈਲ ਗਰੁੱਪ ਐਡ ਕਰਦੀ ਸੀ DNA ਦੇ ਉੱਪਰ, ਇੱਕ ਤਰ੍ਹਾਂ ਦਾ ਇਹ ਸੈਲਫ ਡਿਫੈਂਸ ਮੈਕੈਨਿਜ਼ਮ ਸੀ ਇਹਦਾ ਈਕੋਲਾਈ ਦਾ। ਔਰ ਦੂਸਰਾ ਇਹ ਸੀ ਕਿ ਇਹ ਜਿਹੜਾ ਫੋਰਨ DNA ਜਿਹੜਾ ਇਹਦੇ ਅੰਦਰ ਐਂਟਰ ਕਰਦਾ ਸੀ ਬੈਕਟੀਰੀਓਫੇਜਿਸ ਦਾ, ਉਹਨੂੰ ਛੋਟੇ ਛੋਟੇ ਪੀਸਿਸ ਵਿੱਚ ਕੱਟ ਦਿੰਦਾ ਸੀ। ਸੋ ਇਹ ਜਿਹੜੀਆਂ ਐਂਜ਼ਾਈਮਸ DNA ਫੋਰਨ DNA ਨੂੰ ਕੱਟਦਾ ਸੀ, ਰਿਸਟ੍ਰਿਕਸ਼ਨ ਐਂਡੋਨਿਊਕਲੀਅਸਿਸ ਉਹਨੂੰ ਕਿਹਾ ਗਿਆ। ਔਰ ਰਿਸਟ੍ਰਿਕਸ਼ਨ ਐਂਡੋਨਿਊਕਲੀਅਸਿਸ ਹੀ ਆਈਸੋਲੇਟ ਇਹਨਾਂ ਤੋਂ ਕੀਤੀਆਂ ਗਈਆਂ। ਔਰ ਜਿਹੜੇ ਬਾਇਓਟੈਕਨੋਲੋਜੀ ਦੇ ਐਕਸਪੈਰੀਮੈਂਟਸ ਹੈ that are carried out due to the presence of restriction endonucleases. So here restriction endonucleases, first restriction endonuclease ਜਿਹੜੀ discover ਕੀਤੀ ਗਈ ਸੀ that was HIND-2, so whose functioning depends on a specific DNA nucleotide sequence, was isolated and characterized 5 years later. So it is found that HIND-2 always cuts DNA molecules in a particular point by recognizing a specific sequence of 6 base pairs. ਸੋ ਜਿਹੜੀ ਇਹ HIND-2 ਐਂਜ਼ਾਈਮ ਹੈ ਇਹ ਕੱਟ ਕਰਦੀ ਹੈ DNA ਮੋਲੀਕਿਊਲ ਨੂੰ ਐਟ ਅ ਪਰਟੀਕੂਲਰ ਪੁਆਇੰਟ, ਕੋਈ ਖਾਸ ਪੁਆਇੰਟਸ 'ਤੇ ਕੱਟ ਕਰਦੀ ਹੈ ਆਫਟਰ ਰੈਕੋਗਨਾਈਜ਼ਿੰਗ ਅ ਸਪੈਸੀਫਿਕ ਸੀਕੁਐਂਸਿਸ ਆਫ 6 ਬੇਸ ਪੇਅਰਸ। ਸੋ ਜੇ DNA ਹੈ ਉੱਦਾਂ ਦੇ ਕੋਈ 6 ਬੇਸ ਪੇਅਰਸ ਹੈ ਜਿਨ੍ਹਾਂ ਨੂੰ ਇਹ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਕੱਟ ਕਰਦੀ ਹੈ। ਸੋ ਜਿਹੜੇ ਇਹ 6 ਬੇਸ ਪੇਅਰਸ ਜਾਂ ਸਪੈਸੀਫਿਕ ਬੇਸ ਪੇਅਰਸ ਹੈ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਰੈਕੋਗਨੀਸ਼ਨ ਸੀਕੁਐਂਸਿਸ ਫੋਰ HIND-2। Besides HIND-2, today we know more than 900 restriction enzymes that have been isolated from 230 strains of bacteria. 230 ਦੇ ਕਰੀਬ ਬੈਕਟੀਰੀਆ ਦੀਆਂ ਅਲੱਗ-ਅਲੱਗ ਸਟ੍ਰੇਨਸ ਹੈ, ਉਹਨਾਂ ਦੇ ਵਿੱਚੋਂ ਅਸੀਂ 900 ਦੇ ਕਰੀਬ ਰਿਸਟ੍ਰਿਕਸ਼ਨ ਐਂਜ਼ਾਈਮਸ ਨੂੰ ਆਈਸੋਲੇਟ ਕਰ ਚੁੱਕੇ ਹਾਂ, of which recognize different recognition sequences, ਔਰ ਅਲੱਗ-ਅਲੱਗ ਇਹ recognition sequences ਨੂੰ ਆਈਡੈਂਟੀਫਾਈ ਕਰਦੀਆਂ। ਮੀਨਸ ਇਹ ਪਰਟੀਕੂਲਰ ਹੈ ਕਿ ਕਿਹੜੀਆਂ ਸੀਕੁਐਂਸ ਨੂੰ ਇਹਨਾਂ ਨੇ ਕੱਟ ਕਰਨਾ ਹੈ। ਸੋ ਦੀ ਕਨਵੈਨਸ਼ਨ ਫੋਰ ਨੇਮਿੰਗ ਦਿਸ ਐਂਜ਼ਾਈਮਸ, ਕਿਸ ਤਰ੍ਹਾਂ ਇਹਨਾਂ ਦੀ ਅਸੀਂ ਨੇਮਿੰਗ ਕਰਨੀ ਹੈ ਐਂਜ਼ਾਈਮਸ ਦੀ, ਇਟ ਡਿਪੈਂਡਸ ਕਿ ਪਹਿਲਾ ਜਿਹੜਾ ਉਹਦਾ ਨੇਮ ਹੈ ਦੈਟ ਇਜ਼ ਫਰੋਮ ਦਾ ਵਰਡ ਜੀਨਸ, ਐਂਡ ਦਾ ਜਿਹੜੇ 2 ਸੈਕੰਡ ਲੈਟਰਸ ਹੈ ਦੈਟ ਇਜ਼ ਫਰੋਮ ਦਾ 2 ਸਪੀਸੀਜ਼ ਆਫ ਦੀ ਬੈਕਟੀਰੀਆ, ਕਿਹੜੀ ਉਹਦੀ ਸਪੀਸੀਜ਼ ਹੈ ਜਿਸ ਤੋਂ ਆਈਸੋਲੇਟ ਕੀਤੇ ਗਏ। ਫੋਰ ਐਗਜ਼ਾਮਪਲ ਮੈਂ ਲੈ ਰਹੀ ਹਾਂ ਇੱਥੇ EcoR1 comes from Escherichia coli RY13। ਸੋ ਅਸੀਂ ਫਸਟ ਆਫ ਆਲ ਜਿਹੜੀ ਇੱਥੇ ਗੱਲ ਕਰਾਂਗੇ ਜਿਹੜੀ ਐਂਜ਼ਾਈਮ ਹੈ ਦੈਟ ਇਜ਼ EcoR1। ਸੋ ਫਸਟ ਇਜ਼ ਜੀਨਸ, ਸੈਕੰਡ ਦੋ ਨੇਮ ਹੈ ਇਹਦੇ ਸਪੀਸੀਜ਼ ਦੇ,
और ये जिहड़ी इको R1 comes from Escherichia coli RY13. So in eco R1 the letter R is derived from the name ਜਿਹੜਾ ਇਹਦੇ ਵਿੱਚ ਇਕੋ ਦੇ ਵਿੱਚ ਆਰ ਹੈ ਨਾ ਇਹ ਤਾਂ ਜੀਨਸ ਹੋ ਗਿਆ CO that is the species ਆਰ ਜਿਹੜੀ ਦੀ ਸਟ੍ਰੇਨ ਹੈ ਦੈਨ ਜਿਹੜਾ ਇਹ 1 ਹੈ ਕਿ ਕਿਸ ਆਰਡਰ ਦੇ ਵਿੱਚ ਇਹਨੂੰ ਆਈਡੈਂਟੀਫਾਈ ਕੀਤਾ ਗਿਆ ਮੀਨਸ ਸਭ ਤੋਂ ਪਹਿਲਾਂ ਵਾਲੇ ਨੂੰ ਅਸੀਂ 1 ਨੰਬਰ ਦੇਵਾਂਗੇ ਜਿਹੜੀ ਉਸ ਤੋਂ ਬਾਅਦ ਆਈਡੈਂਟੀਫਾਈ ਹੋਏਗੀ ਉਹ ਨੰਬਰ 2 ਹੋਏਗਾ ਸੋ ਦਿਸ ਇਜ਼ ਜੀਨਸ ਇਹ 2 ਲੈਟਰਸ ਜਿਹੜੇ ਸਪੀਸੀਜ਼ ਤੇ ਲੈਣੇ ਆ ਇਹ ਸਟ੍ਰੇਨ ਕਿਹੜੀ ਹੈ ਇਹ ਕਿਸ ਆਰਡਰ ਦੇ ਵਿੱਚ ਉਹਨੂੰ ਆਈਡੈਂਟੀਫਾਈ ਕੀਤਾ ਗਿਆ ਸੋ ਸਟ੍ਰੇਨਸ ਫਿਰ ਅਸੀਂ ਉਸ ਤੋਂ ਬਾਅਦ ਰੋਮਨ ਨੰਬਰਸ ਜਿਹੜੇ ਲਿਖਦੇ ਆ ਉਹ ਦੱਸਦਾ ਹੈ ਕਿ ਕਿਸ ਆਰਡਰ ਦੇ ਵਿੱਚ ਐਂਜ਼ਾਈਮਸ ਵਰ ਆਈਸੋਲੇਟਿਡ ਫਰੋਮ ਦਾ ਸਟ੍ਰੇਨ ਆਫ ਬੈਕਟੀਰੀਆ So restriction enzymes belong to larger class of enzymes called nucleases. ਜਿਹੜੇ ਗਰੁੱਪ ਦੇ ਵਿੱਚ enzymes ਆਉਂਦੀਆਂ ਉਹਨਾਂ ਨੂੰ ਅਸੀਂ ਕਹਿੰਦੇ ਆ nucleases. So nucleases means nucleic acids, so DNA and RNA. So ਇਹ ਕੱਟ ਕਰਦੀਆਂ DNA ਨੂੰ ਜਾਂ ਫਿਰ RNA ਨੂੰ. So ਜਿਹੜੀਆਂ restriction enzymes ਹੈ they are of 2 types exonucleases endonucleases ਹੁਣ as the name suggests exonucleases removes nucleotides from the end of the DNA so ਜੇ DNA ਹੈ ਜਿਹੜਾ if this is 3 end this is 5 end this is 5 end this is 3 end ਇਹ ends ਤੋਂ ਇਸ ਨੂੰ DNA ਨੂੰ ਕੱਟ ਕਰਦੀ ਹੈ then it is known as exonucleases So exonucleases remove nucleotides from the ends of the DNA whereas endonucleases cuts at the specific positions within the DNA और जे ਵਿੱਚੋਂ ਜਾਂ ਸੈਂਟਰ ਦੇ ਵਿੱਚੋਂ ਜਾਂ ਕਿਤੇ ਵੀ ਅੰਦਰੋਂ ਜਦੋਂ DNA ਕੱਟਿਆ ਜਾਂਦਾ ਹੈ then it is said to be endonucleases और specific positions ਹੁੰਦੀਆਂ ਜਿੱਥੇ ਕਿ DNA ਨੂੰ ਕੱਟ ਲਗਾਏ ਜਾਂਦੇ ਆ so next each restriction endonuclease ਹੁਣ ਅਸੀਂ endonucleases ਜਿਹੜੀਆਂ ਮੇਨ ਹੈ ਜਿਹੜੀਆਂ ਇਸ ਦੇ ਵਿੱਚ ਬਾਇਓਟੈਕਨੋਲੋਜੀ ਵਿੱਚ ਯੂਜ਼ ਕੀਤੀਆਂ ਜਾਂਦੀਆਂ for the formation of recombinant DNA each restriction endonuclease functions by inspecting the length of the DNA sequence ਉਹਨੂੰ ਦੇਖਦੇ ਹੋਏ ਇੰਸਪੈਕਸ਼ਨ ਕਰਦੀ ਹੈ ਕੀਤੀ ਰਿਸਟ੍ਰਿਕਸ਼ਨ ਜਿਹੜੀ ਐਂਜ਼ਾਈਮਸ ਹੈ ਉਹ ਇੰਸਪੈਕਟ ਕਰਦੀ ਹੈ ਔਰ ਚੈੱਕ ਮੀਨਸ ਕਰਦੀ ਹੈ ਕਿ DNA ਸੀਕੁਐਂਸ ਨੂੰ ਜਦੋਂ ਵਾਂਸ ਇਟ ਫਾਈਂਡਸ ਅ ਸਪੈਸੀਫਿਕ ਰੈਕੋਗਨੀਸ਼ਨ ਸੀਕੁਐਂਸ ਜਦੋਂ ਉਹਨੂੰ ਆਪਣੀ ਰੈਕੋਗਨੀਸ਼ਨ ਸੀਕੁਐਂਸ ਸਾਈਟ ਮਿਲ ਜਾਂਦੀ ਹੈ ਸਪੋਜ਼ ਕਿ ਇਹ ਜਿਹੜੀ ਐਂਜ਼ਾਈਮ ਹੈ ਇਹਨੂੰ ਕੋਈ ਆਪਣੀ ਰੈਕੋਗਨੀਸ਼ਨ ਸਾਈਟ ਮਿਲ ਜਾਂਦੀ ਹੈ ਕਿੱਥੋਂ ਇਸ ਨੇ ਕੱਟ ਕਰਨਾ ਹੈ it will bind to the DNA and cut each of the 2 strands ਜਿੱਥੇ ਇਹਨੂੰ ਰੈਕੋਗਨੀਸ਼ਨ ਸਾਈਟ ਮਿਲ ਗਈ ਉੱਥੇ ਇਹਨੂੰ ਕੱਟਣਾ ਸ਼ੁਰੂ ਕਰ ਦੇਣਾ ਹੈ DNA ਨੂੰ into 2 parts so cut each of the 2 strands of the double helix at a specific points in the sugar phosphate backbone so DNA ਦਾ ਇਹ ਜਿਹੜਾ ਇਹਦਾ sugar and phosphates ਦਾ ਜਿਹੜਾ backbone ਹੈ ਇਹਨੂੰ ਕੱਟਣਾ ਸ਼ੁਰੂ ਕਰ ਦਿੱਤਾ ਹੈ So each restriction endonucleases means restriction endonuclease ਜਿਹੜੀ enzyme ਹੈ it recognizes specific palindromic nucleotide sequences in the DNA ਔਰ ਕਿਸ ਤਰ੍ਹਾਂ ਦੀ ਇਹ sequence identify ਕਰਦੇ ਹੈ ਉਸ ਨੂੰ ਅਸੀਂ ਕਹਿੰਦੇ ਆ palindromic nucleotide sequence so what is palindromic ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ palindromic ਕੀ ਹੈ ਡਰੋਮਿਕ ਦਾ ਮਤਲਬ ਹੈ ਕਿ ਜਿਹੜੇ ਉਹ ਵਰਡਸ ਹੈ ਚਾਹੇ ਅਸੀਂ ਉਹਨੂੰ ਫਰੰਟ ਤੋਂ ਪੜ੍ਹੀਏ ਚਾਹੇ ਉਸ ਨੂੰ ਬੈਕ ਤੋਂ ਪੜ੍ਹੀਏ ਉਹ ਇੱਕੋ ਹੀ ਤਰ੍ਹਾਂ ਪੜ੍ਹੇ ਜਾਂਦੇ ਹਨ ਜਿਸ ਤਰ੍ਹਾਂ ਕਿ ਮਲਾਲਿਅਮ ਉਹ ਮੈਡਮ ਵਰਡ ਹੈ ਸੋ ਮਲਾਲਿਅਮ ਜਾਂ ਅਸੀਂ ਇਸ ਸਾਈਡ ਤੋਂ ਪੜ੍ਹ ਲਈਏ ਜਾਂ ਇਸ ਸਾਈਡ ਤੋਂ ਪੜ੍ਹ ਲਈਏ ਵਨ ਐਂਡ ਦਾ ਸੇਮ ਥਿੰਗ ਜਾਂ ਮੈਡਮ ਵਰਡ ਹੈ ਲੈਵਲ ਹੈ
सो इस तरह के वर्ड्स है जोड़े दीस आ पैलिंड्रोमिक है, दोनों साइड्स तो सेम पढ़ी पर असी इत्थे DNA की गल कर रहे हैं। सो इस तरह दियाँ सीक्वेंसिस जड़ियाँ दोनों पासों सेम है दैट आर कंसिडर्ड टू बी पैलिंड्रोमिक न्यूक्लियोटाइड सीक्वेंस। सो हेयर एक मैं इत्थे पैलिंड्रोमिक सीक्वेंस ड्रॉ करके दिखा रही हैं। सो GAATTC, दैन दूसरी तरफ आ गया था CTT, दैन AAG। So whether you move from left to right or right to left, तो जी सीक्वेंस है वो सेम होएगी दोनों तरफ तो। दिस इज़ नोन एज पैलिंड्रोमिक न्यूक्लियोटाइड सीक्वेंस। इस तरह दी सीक्वेंसिस रिस्ट्रिक्शन एंडोन्यूक्लियस जी है सर्च करके रैकोगनीशन साइट्स उत्थे ही इनू ब्रेक करती है। सो नाउ लेट अस स्टडी द डायग्राम। So here action of restriction nucleus enzyme ਦਾ ਦੱਸਿਆ ਹੈ। enzyme cut both DNA strands at the same site। सो जी enzyme है वो vector DNA है, this is foreign DNA जी साडी desired gene है। जी असी रिस्ट्रिक्शन एंडोन्यूक्लियस यूज़ करनी है, बोथ दोनों लई सेम करनी है। सो एंजाइम कट्स DNA स्ट्रैंड्स एट द सेम साइट और EcoR1 कट्स मीनस जी एंजाइम यूज़ की है आप इस एग्जाम्पल EcoR1 कट्स द DNA बिटवीन द बेसिस GA। हमेशा ये GA जिथे सीक्वेंस होएगी उत्थों ये कट इनू करेगा। once it recognizes the recognition sites only when the sequence जी इनू सीक्वेंस चाहिए है G ते A कट्टन लई GAATTC is present in the DNA। सो ये सीक्वेंस इत्थे है वैक्टर DNA विच GAATTC और फॉरेन DNA दे विच भी यही सीक्वेंस है। सो इन जी ये एंजाइम है EcoR1 इट विल कट लाइक दिस, इस तरह ये कट लगेगा और दूसरी साइड जोड़ा कट है इस तरह लगेगा। सो इट विल फॉर्म स्टिकी एंड्स की फॉर्मेशन होएगी लाइक ये कॉम्पलीमेंट्री बेस पेयर्स फिर आपस विच जुड़ जाएंगे। सो हेयर जी इतों G तो बाद AATTC जी दैट इज़ इतों रिमूव हो गई और ये जड़े सिंगल स्टैंड DNA का फॉर्मेशन हो गया। DNA फ्रैगमेंट जॉइंट्स एट द स्टिकी एंड्स। इत्थे जी है एक ये DNA सिंगल स्टैंड हो गया और इधर भी DNA सिंगल स्टैंड हो गया। सो एक तरह के स्टिकी एंड्स बन जाते हैं और इन्हां दे स्टिकी एंड्स दे विच कॉम्पलीमेंट्री बेस पेयरिंग दे लई अट्रैक्शन वध जाता है। एज अ रिजल्ट ये जदों बेस पेयरिंग इन्हां दी सेम होने के कारण ये आपस विच जुड़ जाएंगे एंड विद द हेल्प ऑफ लाइगेस इट विल कंबाइन टूगैदर और जड़ियाँ न्यूक्लियोटाइड्स है हाइड्रोजन बॉन्ड्स के नाल फिर आपस विच जुड़ जाएंगियां। हुण वट वी हैव कम with is that recombinant rDNA is formed। So there is a formation of recombinant DNA by the action of restriction endonuclease enzyme। केड़ी enzyme utilize कीती EcoR1। So this completes restriction endonucleases। Thank you। So we were talking about the palindromic न्यूक्लियोटाइड सीक्वेंस। सो एक पैलिंड्रोमिक सीक्वेंस है 5 to 3 एंड 3 to 5 एंड। सो ये जे असी इस लैफ्ट टू राइट या राइट टू लैफ्ट पढ़ते हैं वन एंड द सेम सीक्वेंसिस ये शो होंदियां। सो जदों इन्हों कट किया जाता है तो मीनस कि जदों ये रिस्ट्रिक्शन एंडोन्यूक्लियस कट करती है इट विल कट एट स्पैसिफिक पोजीशंस लाइक GA दे विचकार कट करेगी और दूसरी तरफ भी GA दे विचकार
ਘੱਟ ਹੋਏਗੀ। ਐਸ ਅ ਰਿਜ਼ਲਟ ਉਹਨਾਂ ਦੇ ਵਿੱਚ ਸਟਿੱਕੀ ਐਂਡਸ ਦੀ ਫੋਰਮੇਸ਼ਨ ਹੋ ਜਾਂਦੀ ਹੈ। ਸੋ ਲੈਟ ਮੀ ਸ਼ੋ ਯੂ। ਸੋ ਜੇ DNA ਦਾ ਸਟ੍ਰੈਂਡ ਹੈ ਇੱਕ GAATTC ਔਰ ਇਹਦੀ ਜਿਹੜੀ ਦੂਸਰੀ ਸੀਕੁਐਂਸ ਬਣੇਗੀ CTTAAG। ਹੁਣ ਜਦੋਂ ਇਹਦੇ ਵਿੱਚ ਨਿਊਕਲੀਓਟਾਈਡ ਕੱਟ ਕਰੇਗੀ ਦੈਟ ਇਜ਼ ਬਿਟਵੀਨ G ਐਂਡ A, ਸਪੈਸੀਫਿਕ ਸੀਕੁਐਂਸ 'ਤੇ ਉਹਨੂੰ ਕੱਟਣਾ ਹੈ A ਐਂਡ G ਦੇ ਵਿਚਕਾਰ। ਸੋ ਹੇਅਰ ਜਿਹੜੀ ਇਸ ਤਰ੍ਹਾਂ ਕੱਟ ਹੋਏਗਾ। ਸੋ ਇਹ ਵਾਲੀ ਜਿਹੜੀ ਦੂਸਰੀ G ਹੈ that will be separated ਔਰ ਉਹਦੇ ਨਾਲ ਇੱਕ ਨਿਊਕਲੀਓ ਜਿਹੜੀ ਸੀਕੁਐਂਸ ਹੈ DNA ਦੀ ਇਹ ਜਾਏਗੀ। ਐਸ ਅ ਰਿਜ਼ਲਟ ਇਹਨਾਂ ਦੇ ਵਿੱਚ ਜਿਹੜੀ ਫੋਰਮੇਸ਼ਨ ਹੋ ਜਾਂਦੀ ਹੈ ਸਟਿੱਕੀ ਐਂਡਸ ਦੀ। ਨਾਓ these sticky ends ਔਨ ਈਚ ਸਟ੍ਰੈਂਡ ਦੇ ਵਿੱਚ ਬਣਦੇ ਆ। ਇਹਨਾਂ ਨੂੰ ਸਟਿੱਕੀ ਐਂਡਸ ਇਸ ਕਰਕੇ ਕਿਹਾ ਜਾਂਦਾ ਹੈ ਕਿ ਦੇ ਫੋਰਮ ਹਾਈਡਰੋਜਨ ਬੌਂਡਸ ਵਿਦ ਦੇਅਰ ਕੰਪਲੀਮੈਂਟਰੀ ਕੱਟ ਕਾਊਂਟਰ ਪਾਰਟਸ। ਔਰ ਇਹਦੇ ਜਿਹੜੇ ਸਟਿੱਕੀ ਨੈਸ ਦੇ ਕਾਰਨ ਜਿਹੜੀ ਐਕਸ਼ਨ ਹੈ ਐਂਜ਼ਾਈਮ DNA ਲਾਈਗੇਸ ਦਾ ਔਰ ਉਹ ਫੈਸਿਲਿਟੇਟ ਹੋ ਜਾਂਦਾ, ਮੀਨਸ ਉਹ ਐਕਟੀਵੇਟ ਹੋ ਜਾਂਦੀ ਹੈ DNA ਲਾਈਗੇਸ ਡਿਊ ਟੂ ਦ ਸਟਿੱਕੀ ਐਂਡਸ। Now this restriction endonucleus ਹੈ ਜਿਹੜੀ are used in genetic engineering to form recombinant molecules of DNA। ਸੋ ਜਿਹੜਾ ਪਲਾਸਮਿਡ ਹੈ ਉਹਦੇ ਵਿੱਚ ਸਟਿੱਕੀ ਐਂਡਸ ਦੋਨੋਂ ਤਰਫ ਬਣ ਜਾਂਦੇ ਆ, ਜਿਹਦੇ ਕਾਰਨ ਜਿਹੜਾ DNA ਹੈ ਉਹਨੂੰ ਵੀ ਉਸੇ ਐਂਜ਼ਾਈਮ ਨਾਲ ਕੱਟਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਵੀ ਸੇਮ ਕਾਈਂਡ ਆਫ ਸਟਿੱਕੀ ਐਂਡਸ ਬਣ ਜਾਂਦੇ ਆ। ਐਸ ਅ ਰਿਜ਼ਲਟ ਦੇ ਕੈਨ ਬੀ ਜੁਆਇਨਡ ਟੂਗੈਦਰ ਐਂਡ ਟੂ ਐਂਡ ਯੂਸਿੰਗ DNA ਲਾਈਗੇਸ। ਸੋ ਲੈਟ ਅਸ ਸੀ ਦ ਡਾਇਗਰਾਮ ਹੇਅਰ। ਸੋ ਫੋਰਨ DNA ਹੈ, ਦਿਸ ਇਜ਼ ਵੈਕਟਰ DNA ਪਲਾਸਮਿਡ ਹੈ। ਸੇਮ ਰਿਸਟ੍ਰਿਕਸ਼ਨ ਐਂਜ਼ਾਈਮ ਆਪਾਂ ਯੂਟੀਲਾਈਜ਼ ਕਰਨੀ ਹੈ ਦੋਨਾਂ ਦੇ ਵਿੱਚ। ਸੋ ਬੋਥ ਫੋਰਨ DNA ਐਂਡ ਵੈਕਟਰ DNA ਨੂੰ ਕੱਟ ਕੀਤਾ ਜਾਂਦਾ ਹੈ। ਸੋ ਦੋਨਾਂ ਦੇ ਵਿੱਚ ਸੇਮ ਸਟਿੱਕੀ ਐਂਡਸ ਦੀ ਫੋਰਮੇਸ਼ਨ ਹੋ ਜਾਂਦੀ ਹੈ। ਲਾਈਗੇਸਿਸ ਜੋਇਨਸ ਦਾ ਫੋਰਨ DNA ਟੂ ਦਾ ਪਲਾਸਮਿਡ। ਸੋ ਇਹ ਪਲਾਸਮਿਡ ਹੈ, ਆਹ ਪੋਰਸ਼ਨ ਜਿਹੜਾ ਸ਼ੋ ਕੀਤਾ ਹੈ ਦੈਟ ਇਜ਼ ਆਫ ਦਾ ਫੋਰਨ DNA। ਨਾਓ ਉਹਦੇ ਵਿੱਚ ਫਿਰ ਟ੍ਰਾਂਸਫੋਰਮੇਸ਼ਨ ਹੁੰਦੀ ਹੈ। As a result, when it is introduced into the E. coli, it will start dividing and the ਜਿਹੜੇ cells that are formed from the E. coli, it will contain the desired ਜਿਹੜੀ foreign DNA that will be present in the E. coli progeny. So as a result here, due to the presence of sticky ends, DNA of the vector as well as the foreign DNA, they can form the recombinant DNA. So thank you.